ਅਮਰੀਕਾ ਅਤੇ ਕੈਨੇਡਾ ਇਹੀ ਦੋ ਦੇਸ਼ ਨੇ ਜਿਨ੍ਹਾਂ ਦੇ ਵੱਲ ਅੱਜ ਸਾਰਾ ਪੰਜਾਬੀ ਨੌਜਵਾਨ ਵਰਗ ਭੱਜਾ ਜਾ ਰਿਹਾ ਹੈ। ਅਮਰੀਕਾ ਅਤੇ ਕੈਨੇਡਾ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਦਿਖਾਈ ਦੇ ਰਿਹਾ। ਸਿੱਧੇ ਤੌਰ ਤੇ ਜਾਣਾ ਤਾਂ ਔਖਾ ਹੈ, ਸੋ ਆਪਣੀ ਆਦਤ ਦੇ ਅਨੁਸਾਰ ਪੰਜਾਬੀਆਂ ਨੇ ਦੂਜੇ ਢੰਗ ਵੀ ਅਮਰੀਕਾ ਤੱਕ ਪੁੱਜਣ ਦੇ ਸ਼ੁਰੂ ਕਰ ਦਿੱਤੇ ਸੀ, ਜਿਸ ਨੂੰ ਅੱਜ ਆਪਾਂ ਲੋਕ ਡੋਂਗੀ ਕਹਿੰਦੇ ਹਾਂ। ਡੋਂਗੀ ਦਾ ਮਤਲਬ ਕਿ ਕਈ ਦੇਸ਼ਾਂ ਦੇ ਵਿੱਚ ਰੁਕਦੇ ਹੋਏ ਨਦੀਆਂ ਜੰਗਲਾਂ ਨੂੰ ਪਾਰ ਕਰਕੇ ਮੈਕਸੀਕੋ ਦੀ ਕੰਧ ਤੱਕ ਪਹੁੰਚਣਾ ਤੇ ਉਸ ਕੰਧ ਨੂੰ ਟੱਪ ਕੇ ਅਮਰੀਕਾ ਦੇ ਵਿੱਚ ਦਾਖਲ ਹੋਣਾ। ਸੁਣਨ ਦੇ ਵਿੱਚ ਤਾਂ ਬਹੁਤ ਆਸਾਨ ਜਿਹਾ ਲੱਗ ਰਿਹਾ ਹੋਵੇਗਾ, ਪਰ ਓਨਾ ਹੀ ਔਖਾ ਤੇ ਭਿਆਨਕ ਰਸਤਾ ਹੈ ਅਮਰੀਕਾ ਤੱਕ ਪਹੁੰਚਣ ਦਾ। ਇੰਨਾ ਭਿਆਨਕ ਤੇ ਮੌਤਾਂ ਦੇ ਨਾਲ ਭਰਿਆ ਹੋਇਆ ਇਹ ਰਸਤਾ ਆਖਿਰ ਮੌਤ ਦੇ ਮੂੰਹ ਦੇ ਵਿੱਚ ਹੀ ਜਾ ਕੇ ਰੁਕਦਾ ਹੈ। ਟੀਵੀ ਤੇ ਅਖਬਾਰਾਂ ਦੇ ਵਿੱਚ ਅਕਸਰ ਹੀ ਇਹਨਾਂ ਰਸਤਿਆਂ ਦੀ ਭਿਆਨਕਤਾ ਦਿਖਾਈ ਜਾਂਦੀ ਹੈ ਕਿ ਨਿਰੀ ਮੌਤ ਹੀ ਉੱਥੇ ਉਡੀਕ ਰਹੀ ਹੁੰਦੀ ਹੈ, ਪਰ ਮਾਪੇ ਆਪਣੇ ਪੁੱਤਰਾਂ ਨੂੰ 20-20 ਲੱਖ ਰੁਪਇਆ ਲਗਾ ਕੇ ਮੌਤ ਦੇ ਮੂੰਹਾਂ ਦੇ ਵਿੱਚ ਤੋਰੀ ਜਾ ਰਹੇ ਨੇ ਅਤੇ ਇਹ ਸਿਲਸਿਲਾ ਰੁਕਣ ਦਾ ਨਾਮ ਤੱਕ ਨਹੀਂ ਲੈ ਰਿਹਾ। ਬਸ ਸਾਹਮਣੇ ਡਾਲਰ ਤੇ ਅਮਰੀਕਾ ਹੀ ਦਿਖਾਈ ਦਿੰਦਾ ਹੈ ਤੇ ਮਾਪੇ ਆਪਣੇ ਪੁੱਤਰਾਂ ਦੀ ਮੌਤ ਭੁੱਲ ਬੈਠਦੇ ਨੇ। ਪਰ ਉਹਨਾਂ ਮਾਵਾਂ ਨੂੰ ਜਾ ਕੇ ਪੁੱਛਣ ਦੀ ਲੋੜ ਹੈ ਜਿਨ੍ਹਾਂ ਦੇ ਪੁੱਤ ਉਹਨਾਂ ਜੰਗਲਾਂ ਦੇ ਵਿੱਚ ਹੀ ਸਵਾਹ ਹੋ ਗਏ ਤੇ ਉਹ ਮਾਪੇ ਅੱਜ ਵੀ ਆਪਣੇ ਪੁੱਤਰਾਂ ਦਾ ਇੰਤਜ਼ਾਰ ਕਰ ਰਹੇ ਨੇ ਜਿੱਥੋਂ ਉਹ ਕਦੀ ਮੁੜ ਨਹੀਂ ਸਕਦੇ। ਰਸਤੇ ਦੇ ਵਿੱਚ ਪੈਂਦਾ ਪਨਾਮਾ ਦਾ ਭਿਆਨਕ ਜੰਗਲ, ਪਤਾ ਨਹੀਂ ਕਿੰਨੇ ਕੁ ਸੈਂਕੜੇ ਪੰਜਾਬੀਆਂ ਦੀਆਂ ਲਾਸ਼ਾਂ ਨੂੰ ਜੀਵ ਜੰਤੂ ਖਾ ਗਏ ਤੇ ਮਾਪਿਆਂ ਨੂੰ ਲਾਸ਼ਾਂ ਤੱਕ ਨਹੀਂ ਮਿਲੀਆਂ। ਗੁਰਵੰਤ ਸਿੰਘ ਲੁਧਿਆਣਾ ਦੇ ਕੋਲ ਇੱਕ ਪਿੰਡ ਦੇ ਨਿਵਾਸੀ ਹਨ ਜੋ ਕਿ ਇਸ ਵਕਤ ਅਮਰੀਕਾ ਦੇ ਵਿੱਚ ਰਹਿ ਰਹੇ ਨੇ। ਗੁਰਵੰਤ ਸਿੰਘ ਵੀ 24 ਲੱਖ ਰੁਪਏ ਲਗਾ ਕੇ ਡੋਂਗੀ ਰਾਹੀਂ ਅਮਰੀਕਾ ਪਹੁੰਚੇ ਸਨ। ਗੁਰਵੰਤ ਨੇ ਦੱਸਿਆ ਕਿ ਗ੍ਰੀਸ ਤੋਂ ਹੁੰਦੇ ਹੋਏ ਉਹ ਮੈਕਸੀਕੋ ਪਹੁੰਚੇ ਤੇ ਫਿਰ ਜੰਗਲੀ ਸਫ਼ਰ ਸ਼ੁਰੂ ਹੋਇਆ ਤੇ ਫਿਰ ਉਹ ਜੰਗਲੀ ਸਫ਼ਰ ਉਹਨਾਂ ਨੇ 15 ਬੰਦਿਆਂ ਦੇ ਨਾਲ ਸ਼ੁਰੂ ਕੀਤਾ, ਜਿਨ੍ਹਾਂ ਦੇ ਵਿੱਚ ਫਿਲੀਪੀਨੀ ਤੇ ਕਾਲੇ ਲੋਕ ਵੀ ਸਨ। ਲਗਾਤਾਰ ਚੱਲਦੇ ਰਹਿਣਾ ਸੀ ਤੇ ਕਿਤੇ ਵੀ ਆਪਣੀ ਮਰਜ਼ੀ ਦੇ ਨਾਲ ਰੁਕ ਕੇ ਆਰਾਮ ਨਹੀਂ ਕੀਤਾ ਜਾ ਸਕਦਾ ਸੀ। ਜੋ ਵੀ ਰਸਤੇ ਦੇ ਵਿੱਚ ਰੁਕਦਾ ਸੀ ਉਸ ਦਾ ਸਾਥ ਛੱਡ ਦਿੱਤਾ ਜਾਂਦਾ ਸੀ ਤੇ ਉਹ ਜੰਗਲਾਂ ਦੇ ਵਿੱਚ ਹੀ ਗੁੰਮ ਹੋ ਕੇ ਮਰ ਜਾਂਦਾ ਸੀ। ਜੇਕਰ ਕੋਈ ਬਿਮਾਰ ਜਾਂ ਫਿਰ ਜ਼ਖਮੀ ਹੋ ਜਾਂਦਾ ਸੀ ਤਾਂ ਉਸ ਨੂੰ ਵੀ ਡੋਂਗਰ ਉੱਥੇ ਹੀ ਜੰਗਲਾਂ ਦੇ ਵਿੱਚ ਮਰਨ ਲਈ ਛੱਡ ਦਿੰਦੇ ਸੀ। ਗੁਰਵੰਤ ਸਿੰਘ ਕਹਿੰਦਾ ਹੈ ਕਿ ਥੋੜੇ ਖਾਣੇ ਦੇ ਉੱਤੇ ਲੰਬਾ ਸਫ਼ਰ ਕੱਢਣਾ ਪੈਂਦਾ ਸੀ ਤੇ ਫਿਰ ਸਾਨੂੰ ਜੰਗਲਾਂ ਦੀ ਭਿਆਨਕਤਾ ਬਾਰੇ ਪਤਾ ਲੱਗਿਆ। ਰਸਤੇ ਦੇ ਨਾਲ-ਨਾਲ ਸਾਨੂੰ ਕਈ ਇਨਸਾਨਾਂ ਦੇ ਕੰਕਾਲ ਮਿਲੇ ਜਿਨ੍ਹਾਂ ਨੂੰ ਸ਼ਾਇਦ ਰਸਤਿਆਂ ਦੇ ਵਿੱਚ ਹੀ ਛੱਡ ਦਿੱਤਾ ਗਿਆ ਸੀ। ਰਸਤੇ ਦੇ ਵਿੱਚ ਚੱਲਦਿਆਂ ਸਾਨੂੰ ਹਨੇਰਾ ਹੋਣ ਲੱਗਿਆ ਅਤੇ ਬਰਸਾਤ ਦਾ ਮੌਸਮ ਸੀ ਤੇ ਮੀਂਹ ਵੀ ਪੈ ਰਿਹਾ ਸੀ ਅਤੇ ਵਰਦੇ ਮੀਂਹ ਦੇ ਵਿੱਚ ਹੀ ਸਾਨੂੰ ਲਗਾਤਾਰ ਚੱਲਦੇ ਜਾਣਾ ਸੀ। ਸਾਡੇ ਹੀ ਗਰੁੱਪ ਦੇ ਵਿੱਚ ਇੱਕ ਫਿਲੀਪੀਨ ਦੀ ਔਰਤ ਵੀ ਸੀ। ਮੀਂਹ ਦੇ ਵਿੱਚ ਸ਼ਾਇਦ ਉਹ ਬਿਮਾਰ ਹੋ ਚੁੱਕੀ ਸੀ, ਪਰ ਉਸ ਦੀ ਕਿਸਮਤ ਨੇ ਉਸ ਦਾ ਸਾਥ ਨਹੀਂ ਦਿੱਤਾ। ਇੱਕ ਜਗ੍ਹਾ ਦੇ ਉੱਤੇ ਸਾਰਾ ਗਰੁੱਪ ਆਰਾਮ ਕਰਨ ਵਾਸਤੇ ਰੁਕਿਆ ਤੇ ਇੱਕ ਜ਼ਹਿਰੀਲੇ ਸੱਪ ਨੇ ਉਸ ਨੂੰ ਡੰਗ ਮਾਰ ਦਿੱਤਾ। ਡੌਂਕਰਾਂ ਵੱਲੋਂ ਕਾਫੀ ਓੜ-ਪੋੜ ਕੀਤੀ ਗਈ, ਪਰ ਇੱਕ ਤਾਂ ਔਰਤ ਪਹਿਲਾਂ ਹੀ ਬਿਮਾਰ ਸੀ ਤੇ ਹਿੰਮਤ ਹਾਰ ਬੈਠੀ ਸੀ ਤੇ ਦੂਜਾ ਸ਼ਾਇਦ ਸੱਪ ਜ਼ਿਆਦਾ ਜ਼ਹਿਰੀਲਾ ਸੀ, ਜਿਸ ਕਾਰਨ ਦੇਖਦਿਆਂ ਹੀ ਦੇਖਦਿਆਂ ਉਹ ਔਰਤ ਸਾਡੇ ਸਾਹਮਣੇ ਹੀ ਮਰ ਗਈ ਤੇ ਉਸ ਔਰਤ ਦੀ ਮੌਤ ਦੇਖ ਕੇ ਸਾਡੀ ਵੀ ਹਿੰਮਤ ਜਵਾਬ ਦੇਣ ਲੱਗੀ। ਹੌਲੀ-ਹੌਲੀ ਰਸਤਾ ਕੱਟਦਾ ਗਿਆ ਤੇ ਜੰਗਲ ਦੇ ਵਿੱਚ ਕਈ ਤਰ੍ਹਾਂ ਦੇ ਜੀਵ ਦੇਖੇ ਤੇ ਫਿਰ ਅੱਗੇ ਚੱਲ ਕੇ ਆਪਾਂ ਰਸਤੇ ਦੇ ਵਿੱਚ ਇੱਕ ਆਦਮੀ ਦਰਖਤ ਦੇ ਨਾਲ ਬੈਠਾ ਹੋਇਆ ਦੇਖਿਆ। ਆਪਾਂ ਨੂੰ ਲੱਗਿਆ ਕਿ ਸ਼ਾਇਦ ਕਿਸੇ ਗਰੁੱਪ ਦੇ ਨਾਲ ਵਿਛੜ ਚੁੱਕਿਆ ਹੈ, ਪਰ ਜਦੋਂ ਆਪਾਂ ਉਸ ਨੂੰ ਪਾਣੀ ਦੇਣ ਵਾਸਤੇ ਉਸ ਨੂੰ ਹਿਲਾਇਆ ਤਾਂ ਉਹ ਮਰ ਚੁੱਕਿਆ ਸੀ ਤੇ ਦੇਖਣ ਦੇ ਵਿੱਚ ਇੱਕ ਪੰਜਾਬੀ ਹੀ ਲੱਗ ਰਿਹਾ ਸੀ। ਦੂਸਰੇ ਦਿਨ ਦੀ ਰਾਤ ਸਮੇਂ ਆਪਾਂ ਜੰਗਲ ਦੇ ਵਿੱਚ ਇੱਕ ਪਹਾੜੀ ਦੀ ਓਟ ਲੈ ਕੇ ਰਾਤ ਕੱਟੀ। ਅੱਧੀ ਰਾਤ ਦੇ ਸਮੇਂ ਜੰਗਲ ਕਈ ਤਰ੍ਹਾਂ ਦੀਆਂ ਭਿਆਨਕ ਆਵਾਜ਼ਾਂ ਕਰਦਾ ਹੈ, ਪਰ ਉਹਨਾਂ ਆਵਾਜ਼ਾਂ ਦੇ ਵਿੱਚ ਇੱਕ ਆਵਾਜ਼ ਪੰਜਾਬੀ ਮੁੰਡੇ ਦੀ ਆ ਰਹੀ ਸੀ। ਦਰਦ ਦੇ ਨਾਲ ਭਰੀ ਹੋਈ ਆਵਾਜ਼ ਦੇ ਵਿੱਚ ਉਹ ਮੁੰਡਾ ਆਖ ਰਿਹਾ ਸੀ ਕਿ ਮੈਨੂੰ ਵੀ ਅਮਰੀਕਾ ਨਾਲ ਲੈ ਚੱਲੋ, ਮੈਂ ਵੀ ਅਮਰੀਕਾ ਜਾਣਾ ਹੈ। ਆਵਾਜ਼ ਤਾਂ ਆ ਰਹੀ ਸੀ ਪਰ ਕੋਈ ਦਿਖਾਈ ਨਹੀਂ ਦੇ ਰਿਹਾ ਸੀ। ਆਪਾਂ ਸਾਰੇ ਘਬਰਾ ਚੁੱਕੇ ਸੀ। ਸਾਡੇ ਗਰੁੱਪ ਦੇ ਵਿੱਚ ਕਾਲੇ ਤੇ ਫਿਲੀਪੀਨੀ ਬੰਦਿਆਂ ਨੇ ਵੀ ਉਸ ਆਵਾਜ਼ ਨੂੰ ਚੰਗੀ ਤਰ੍ਹਾਂ ਸੁਣਿਆ, ਜਿਸ ਤੋਂ ਸਾਫ਼ ਹੋ ਗਿਆ ਕਿ ਇਹ ਸਾਡਾ ਕੋਈ ਵਹਿਮ ਨਹੀਂ ਹੈ। ਆਵਾਜ਼ ਲਗਾਤਾਰ ਆ ਰਹੀ ਸੀ। ਸਾਨੂੰ ਲੱਗਿਆ ਕਿ ਸਾਡੀ ਤਰ੍ਹਾਂ ਹੀ ਕੋਈ ਹੋਰ ਪੰਜਾਬੀ ਝਾੜੀਆਂ ਦੇ ਵਿੱਚ ਲੁਕਿਆ ਹੋਇਆ ਹੈ ਜੋ ਪ੍ਰੋਬਲਮ ਦੇ ਵਿੱਚ ਲੱਗਦਾ ਹੈ ਤੇ ਆਪਾਂ ਉਸ ਨੂੰ ਉਸ ਦਾ ਨਾਮ ਪੁੱਛਿਆ। ਤੇਜਵੀਰ ਨਾਮ ਦੱਸ ਕੇ ਉਸ ਨੇ ਇੱਕ ਨੰਬਰ ਬੋਲਿਆ ਤੇ ਕਿਹਾ ਕਿ ਮੇਰੇ ਘਰ ਦਾ ਨੰਬਰ ਹੈ, ਮੇਰੀ ਮਾਂ ਨੂੰ ਫੋਨ ਕਰਕੇ ਕਹੋ ਕਿ ਉਸ ਦਾ ਪੁੱਤਰ ਅਮਰੀਕਾ ਪਹੁੰਚ ਨਹੀਂ ਸਕਿਆ ਤੇ ਨਾਲ ਹੀ ਮੇਰੀ ਮਾਂ ਦੇ ਨਾਲ ਮੇਰੀ ਗੱਲ ਕਰਵਾ ਦਿਓ। ਆਪਾਂ ਨੰਬਰ ਤਾਂ ਲਿਖ ਲਿਆ, ਪਰ ਸਾਡੇ ਕੋਲ ਉਸ ਵੇਲੇ ਫੋਨ ਨਹੀਂ ਸੀ ਤਾਂ ਆਪਾਂ ਉਸ ਵੇਲੇ ਨੰਬਰ ਕਿਵੇਂ ਡਾਇਲ ਕਰਦੇ। ਸਾਡੇ ਡੌਂਕਰ ਨੇ ਕਿਹਾ ਕਿ ਸਾਨੂੰ ਇੱਥੋਂ ਚੱਲਣਾ ਹੋਵੇਗਾ। ਡੌਂਕਰ ਨੇ ਇਸ਼ਾਰਾ ਕੀਤਾ ਤਾਂ ਆਪਾਂ ਉਸ ਦੇ ਪਿੱਛੇ ਹੀ ਤੁਰ ਪਏ ਤੇ ਉਹ ਆਵਾਜ਼ ਲਗਾਤਾਰ ਸਾਡਾ ਪਿੱਛਾ ਕਰਦੀ ਰਹੀ। ਡੌਂਕਰ ਨੇ ਇਸ਼ਾਰਾ ਕੀਤਾ ਕਿ ਆਪਣੇ ਕੰਨ ਬੰਦ ਕਰ ਲਵੋ ਤੇ ਇਸ ਆਵਾਜ਼ ਦੇ ਵੱਲ ਧਿਆਨ ਨਾ ਦਿਓ। ਉਸ ਵੇਲੇ ਤਾਂ ਸਾਨੂੰ ਕੁਝ ਸਮਝ ਨਹੀਂ ਲੱਗੀ, ਪਰ ਸਾਨੂੰ ਲੱਗਿਆ ਕਿ ਡੌਂਕਰ ਉਸ ਬੰਦੇ ਨੂੰ ਆਪਣੇ ਨਾਲ ਨਹੀਂ ਰੱਖਣਾ ਚਾਹੁੰਦੇ, ਇਸ ਲਈ ਉਹ ਸਾਨੂੰ ਕੰਨ ਬੰਦ ਕਰਨ ਲਈ ਕਹਿ ਰਿਹਾ ਹੈ। ਆਪਾਂ ਚੱਲਦੇ ਰਹੇ। ਅਗਲੇ ਦਿਨ ਦੀ ਸਵੇਰ ਹੋਈ ਤਾਂ ਸਾਡੇ ਨਾਲ ਇੱਕ ਪੰਜਾਬੀ ਗੁਰਦਾਸਪੁਰ ਬਟਾਲੇ ਵਾਲੀ ਸਾਈਡ ਦਾ ਸੀ। ਜੰਗਲ ਦੇ ਵਿੱਚ ਇੱਕ ਮੱਖੀ ਉਸ ਦੇ ਬੁੱਲ ਦੇ ਉੱਤੇ ਲੜੀ, ਜਿਸ ਕਾਰਨ ਦੇਖਦਿਆਂ ਹੀ ਦੇਖਦਿਆਂ ਉਹ ਸਾਡੇ ਸਾਹਮਣੇ ਹੀ ਦਮ ਤੋੜ ਗਿਆ ਤੇ ਉਸ ਦੀ ਲਾਸ਼ ਉੱਥੇ ਹੀ ਛੱਡ ਕੇ ਸਾਨੂੰ ਆਉਣਾ ਪਿਆ। ਆਖਿਰ ਆਪਾਂ ਕੰਧ ਟੱਪ ਕੇ ਅਮਰੀਕਾ ਦੇ ਵਿੱਚ ਦਾਖਲ ਹੋਏ। ਕੇਸ ਚੱਲਿਆ ਤੇ ਆਪਾਂ ਕੇਸ ਜਿੱਤ ਗਏ। ਅਮਰੀਕਾ ਦੇ ਵਿੱਚ ਕੰਮ ਕਰਨ ਲੱਗੇ ਤੇ ਕੰਮ ਕਰਦਿਆਂ ਕੁਝ ਸਮਾਂ ਹੋਇਆ ਤਾਂ ਮੈਨੂੰ ਇੱਕ ਦਿਨ ਸੁਪਨੇ ਦੇ ਵਿੱਚ ਉਹੀ ਆਵਾਜ਼ ਸੁਣਾਈ ਦਿੱਤੀ ਕਿ ਮੈਨੂੰ ਵੀ ਅਮਰੀਕਾ ਲੈ ਜਾਓ। ਮੈਂ ਡਰ ਕੇ ਉੱਠਿਆ ਤੇ ਮੁੜ ਕੇ ਮੈਨੂੰ ਨੀਂਦ ਨਹੀਂ ਆਈ।
ਮੈਂ ਜਲਦੀ ਦੇ ਨਾਲ ਉਹ ਲਿਖਿਆ ਹੋਇਆ ਨੰਬਰ ਕੱਢਿਆ ਤੇ ਕਾਲ ਕੀਤੀ। ਸਾਹਮਣੇ ਇੱਕ ਮਾਤਾ ਨੇ ਫੋਨ ਚੁੱਕਿਆ। ਮੈਂ ਉਸ ਨੂੰ ਕਿਹਾ ਕਿ ਕੀ ਇਹ ਤੇਜਵੀਰ ਦਾ ਨੰਬਰ ਹੈ, ਤਾਂ ਅੱਗਿਓਂ ਮਾਤਾ ਨੇ ਜਵਾਬ ਦਿੱਤਾ ਕਿ ਤੈਨੂੰ ਵੀ ਅਮਰੀਕਾ ਜਾਂਦੇ ਇਹ ਨੰਬਰ ਜੰਗਲਾਂ ਦੇ ਵਿੱਚ ਮਿਲਿਆ ਹੈ। ਇਹ ਸੁਣ ਕੇ ਮੈਂ ਬੜਾ ਹੈਰਾਨ ਹੋਇਆ ਕਿ ਮਾਤਾ ਨੂੰ ਕਿਵੇਂ ਪਤਾ ਲੱਗਿਆ। ਮੈਂ ਮਾਤਾ ਨੂੰ ਕਿਹਾ ਕਿ ਹੁਣ ਤੇਜਵੀਰ ਕਿੱਥੇ ਹੈ, ਕਿ ਉਹ ਅਮਰੀਕਾ ਪਹੁੰਚ ਗਿਆ। ਤੇ ਅੱਗੋਂ ਮਾਤਾ ਦਾ ਜਵਾਬ ਸੁਣ ਕੇ ਮੇਰੀਆਂ ਲੱਤਾਂ ਨੂੰ ਕੰਬਣੀ ਛਿੜ ਗਈ ਤੇ ਮਾਤਾ ਕਹਿਣ ਲੱਗੀ ਕਿ ਉਹ ਨਾ ਤਾਂ ਅਮਰੀਕਾ ਪਹੁੰਚਿਆ ਤੇ ਨਾ ਹੀ ਵਾਪਸ ਪੰਜਾਬ ਪਹੁੰਚਿਆ। ਉਹ ਤਾਂ 10 ਸਾਲ ਪਹਿਲਾਂ ਹੀ ਉਹਨਾਂ ਜੰਗਲਾਂ ਦੇ ਵਿੱਚ ਮਰ ਚੁੱਕਿਆ ਹੈ ਤੇ ਸ਼ਾਇਦ ਉਸ ਦੀ ਰੂਹ ਹਾਲੇ ਵੀ ਉਹਨਾਂ ਜੰਗਲਾਂ ਦੇ ਵਿੱਚ ਭਟਕ ਰਹੀ ਹੈ, ਕਿਉਂਕਿ ਸਾਨੂੰ ਇਹਨਾਂ 10 ਸਾਲਾਂ ਦੇ ਵਿੱਚ ਪਤਾ ਨਹੀਂ ਕਿੰਨੇ ਕੁ ਬੰਦਿਆਂ ਦੇ ਫੋਨ ਆਏ ਜਿਨ੍ਹਾਂ ਨੇ ਤੇਜਵੀਰ ਬਾਰੇ ਪੁੱਛਿਆ, ਜਿਸ ਕਰਕੇ ਆਪਾਂ ਇਹ ਨੰਬਰ ਬੰਦ ਨਹੀਂ ਕੀਤਾ। ਸਾਡੇ ਪੁੱਤ ਦਾ ਫੋਨ ਤਾਂ ਇਸ ਨੰਬਰ ਤੇ ਨਹੀਂ ਆਇਆ, ਪਰ ਇਹਨਾਂ 10 ਸਾਲਾਂ ਦੇ ਵਿੱਚ ਸਾਨੂੰ ਸੈਂਕੜੇ ਹੀ ਫੋਨ ਆਏ ਜਿਸ ਦੇ ਵਿੱਚ ਲੋਕਾਂ ਨੇ ਇਹੀ ਕਿਹਾ ਕਿ ਉਹਨਾਂ ਨੂੰ ਜੰਗਲ ਦੇ ਵਿੱਚ ਤੇਜਵੀਰ ਨੇ ਹੀ ਇਹ ਨੰਬਰ ਦਿੱਤਾ ਹੈ। ਹੁਣ ਇੱਥੇ ਮੈਂ ਕੀ ਬੋਲ ਸਕਦਾ ਸੀ, ਕੋਈ ਜਵਾਬ ਨਹੀਂ ਸੀ ਮੇਰੇ ਕੋਲ। ਹੁਣ ਤੱਕ ਤਾਂ ਮੈਂ ਕਦੀ ਭੂਤਾ ਪ੍ਰੇਤਾ ਆਤਮਾ ਬਾਰੇ ਵਿਸ਼ਵਾਸ ਨਹੀਂ ਕੀਤਾ ਸੀ, ਪਰ ਹੁਣ ਤਾਂ ਇਹ ਆਤਮਾ ਨੇ ਡਾਇਰੈਕਟ ਹੀ ਮੈਨੂੰ ਨੰਬਰ ਦਿੱਤਾ ਸੀ। ਮੈਂ ਮਾਤਾ ਨੂੰ ਪੁੱਛਿਆ ਕਿ ਉਸ ਦੇ ਨਾਲ ਵੀ ਕੋਈ ਹੋਰ ਪੰਜਾਬੀ ਗਿਆ ਸੀ ਤੇ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਉਹਨਾਂ ਦੇ ਪੁੱਤਰ ਦੀ ਮੌਤ ਉਹਨਾਂ ਜੰਗਲਾਂ ਦੇ ਵਿੱਚ ਹੀ ਹੋ ਚੁੱਕੀ ਹੈ। ਮਾਤਾ ਨੇ ਕਿਹਾ ਕਿ ਮੈਂ ਇੱਕੋ ਸਾਥ ਆਪਣੇ ਦੋਨੋਂ ਪੁੱਤ ਅਮਰੀਕਾ ਨੂੰ ਭੇਜੇ ਸੀ, ਜਿਨ੍ਹਾਂ ਦੇ ਵਿੱਚੋਂ ਮੇਰਾ ਛੋਟਾ ਪੁੱਤਰ ਤਾਂ ਉਹਨਾਂ ਜੰਗਲਾਂ ਦੇ ਵਿੱਚ ਮਰ ਗਿਆ ਤੇ ਵੱਡਾ ਅਮਰੀਕਾ ਦੇ ਵਿੱਚ ਹੀ ਰਹਿ ਰਿਹਾ ਹੈ। ਉਸ ਸਮੇਂ ਮੈਂ ਤੇਜਵੀਰ ਦੇ ਵੱਡੇ ਭਰਾ ਦਾ ਨੰਬਰ ਲਿਆ ਤੇ ਉਸ ਦੇ ਨਾਲ ਗੱਲ ਕੀਤੀ। ਉਸ ਦੇ ਵੱਡੇ ਭਰਾ ਦਾ ਨਾਮ ਗੁਰਵੀਰ ਸੀ। ਉਸ ਦੇ ਭਰਾ ਗੁਰਵੀਰ ਨੇ ਮੈਨੂੰ ਦੱਸਿਆ ਕਿ ਆਪਾਂ ਦੋਨੇ ਭਰਾ 2007 ਦੇ ਵਿੱਚ ਅਮਰੀਕਾ ਨੂੰ ਨਿਕਲੇ ਸੀ ਤੇ ਪਨਾਮਾ ਦੇ ਜੰਗਲਾਂ ਦੇ ਵਿੱਚ ਪਹੁੰਚਣ ਤੋਂ ਪਹਿਲਾਂ ਹੀ ਮੇਰਾ ਭਰਾ ਕਿਸੇ ਬਿਮਾਰੀ ਦੀ ਚਪੇਟ ਦੇ ਵਿੱਚ ਆ ਗਿਆ ਤੇ ਜੰਗਲਾਂ ਦੇ ਵਿੱਚ ਪਹੁੰਚਦਿਆਂ ਹੀ ਉਸ ਨੂੰ ਖੂਨ ਦੀਆਂ ਉਲਟੀਆਂ ਲੱਗ ਗਈਆਂ। ਫਿਰ ਵੀ ਮੈਂ ਉਸ ਨੂੰ ਨਾਲ ਲੈ ਕੇ ਚੱਲਦਾ ਰਿਹਾ ਤੇ ਸਾਰਾ ਰਸਤਾ ਉਸ ਨੂੰ ਚੁੱਕ ਕੇ ਖੜਿਆ। ਮੇਰੇ ਨਾਲ ਕੁਝ ਪੰਜਾਬੀ ਤੇ ਕਾਲੇ ਲੋਕ ਵੀ ਸਨ ਜਿਨ੍ਹਾਂ ਨੇ ਵਾਰੀ ਚੱਕ ਕੇ ਸਾਰਾ ਰਸਤਾ ਕਢਵਾਇਆ ਤੇ ਰਸਤੇ ਦੇ ਵਿੱਚ ਇੱਕ ਚੌਂਕੀ ਦੇ ਵਿੱਚ ਰੋਕ ਕੇ ਆਪਾਂ ਉਸ ਦਾ ਇਲਾਜ ਵੀ ਕਰਵਾਇਆ। ਪਰ ਅੱਧੇ ਰਸਤੇ ਦੇ ਵਿੱਚ ਹੀ ਮੇਰਾ ਛੋਟਾ ਭਰਾ ਤੇਜਵੀਰ ਦਮ ਤੋੜ ਗਿਆ। ਨਾ ਚਾਹੁੰਦੇ ਹੋਏ ਵੀ ਸਾਨੂੰ ਉਸ ਨੂੰ ਉੱਥੇ ਹੀ ਛੱਡਣਾ ਪਿਆ। ਜੰਗਲ ਦੇ ਵਿੱਚ ਆਪਾਂ ਉਸ ਦੀ ਲਾਸ਼ ਨੂੰ ਜਲਾ ਨਹੀਂ ਸਕਦੇ ਸੀ ਤੇ ਨਾ ਹੀ ਡੌਂਕਰਾਂ ਨੇ ਸਾਨੂੰ ਉਸ ਦੀ ਲਾਸ਼ ਦੱਬਣ ਦਾ ਮੌਕਾ ਦਿੱਤਾ। ਇੱਕ ਪਹਾੜੀ ਦੇ ਕੋਲ ਹੀ ਆਪਾਂ ਉਸ ਦੀ ਲਾਸ਼ ਰੱਖ ਦਿੱਤੀ ਅਤੇ ਇੱਕ ਸਰਦਾਰ ਸਾਥੀ ਨੇ ਆਪਣੀ ਦਸਤਾਰ ਨੂੰ ਉਤਾਰ ਕੇ ਉਸ ਦੇ ਉੱਪਰ ਦੇ ਦਿੱਤਾ ਤੇ ਆਪਾਂ ਉੱਥੋਂ ਚਲੇ ਗਏ, ਇਹ ਸੋਚ ਕੇ ਕਿ ਉਸ ਦਾ ਸਰੀਰ ਤਾਂ ਮਿੱਟੀ ਹੋ ਚੁੱਕਿਆ ਹੈ, ਕਿਸੇ ਜੀਵ ਜੰਤੂ ਦੀ ਖੁਰਾਕ ਦੇ ਕੰਮ ਆਵੇਗਾ ਤੇ ਸ਼ਾਇਦ ਉਸ ਦੀ ਰੂਹ ਨੂੰ ਅੱਜ ਤੱਕ ਸਕੂਨ ਨਹੀਂ ਮਿਲਿਆ। ਗੁਰਵੀਰ ਸਿੰਘ ਦੀ ਇਹ ਗੱਲ ਸੁਣ ਕੇ ਮੈਨੂੰ ਬਹੁਤ ਦੁੱਖ ਹੋਇਆ ਕਿ ਆਪਾਂ ਕਿਹੜੇ ਰਸਤਿਆਂ ਦੇ ਉੱਤੇ ਚੱਲ ਕੇ ਅਮਰੀਕਾ ਆਏ ਸੀ। ਜੇਕਰ ਮੇਰੇ ਨਾਲ ਵੀ ਇੰਜ ਹੁੰਦਾ ਤਾਂ ਮੇਰੇ ਮਾਤਾ ਪਿਤਾ ਕੀ ਕਰਦੇ ਜਿਨ੍ਹਾਂ ਨੇ ਸਾਰੀ ਜ਼ਮੀਨ ਵੇਚ ਕੇ ਮੈਨੂੰ ਇੱਥੇ ਤੱਕ ਪਹੁੰਚਾਇਆ ਸੀ। ਜੇਕਰ ਢੰਗ ਦੇ ਨਾਲ ਪੰਜਾਬ ਦੇ ਵਿੱਚ ਹੀ ਖੇਤੀ ਕੀਤੀ ਹੁੰਦੀ ਤਾਂ ਮੇਰੇ ਲਈ ਉਹ ਪੰਜਾਬ ਹੀ ਅਮਰੀਕਾ ਹੋਣਾ ਸੀ। ਅਜਿਹੀ ਨਰਕ ਤੇ ਦਲਦਲ ਭਰੀ ਜ਼ਿੰਦਗੀ ਨਹੀਂ ਦੇਖਣੀ ਪੈਂਦੀ। ਅੱਜ ਪੂਰੇ 2 ਸਾਲ ਬੀਤ ਚੁੱਕੇ ਨੇ ਇਸ ਗੱਲ ਨੂੰ, ਪਰ ਅੱਜ ਵੀ ਉਹ ਤੇਜਵੀਰ ਦੀ ਆਵਾਜ਼ ਮੇਰਾ ਪਿੱਛਾ ਨਹੀਂ ਛੱਡ ਰਹੀ ਤੇ ਨਾ ਹੀ ਸ਼ਾਇਦ ਕਦੇ ਛੱਡੇਗੀ। ਮਾਪਿਆਂ ਅੱਗੇ ਅੱਜ ਮੇਰੀ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਇਹਨਾਂ ਮੌਤ ਦੀਆਂ ਖੱਡਾਂ ਦੇ ਵਿੱਚ ਨਾ ਭੇਜੋ। ਇੱਥੇ ਸਰੀਰ ਤਾਂ ਕੀ, ਆਤਮਾ ਤੱਕ ਨੂੰ ਛੁਟਕਾਰਾ ਨਹੀਂ ਮਿਲਦਾ।